जो लाठी चार्ज होया तो अधिक संगत भज गई। ये जिहड़ा कृष्ण भगवान सी ये उत्थे बर्तन चक्कन लग पिया ते मैं 5 कदम भज्या पिछे नूं। जिहड़ा मैं वेख्या भी गोली चली, कृष्ण नूं वेखा मैं कित्थे आ, जब पिछा भौं झाकिया तो वो डिग्गिया पिया जी उत्थे। ਉਹਦੀ टूई सारी पिछों पट्टी पई सी। अच्छा पट्टी पई सी? हाँ जी। तो जिहड़ी ਉਹਦੀ पग पिछे डिग्गी पई सी ਉਹਦੀ मैं ਚੱਕ के उत्ते रखती। एक पुलिस वाला खड़ा सीगा सड़क ते, ਉਹ ਮੈਨੂੰ ਨਾਲ ਬਜ਼ੁਰਗ ਆ ਭੱਜ ਜਾ ਤੇ ਨਹੀਂ ਤੈਨੂੰ ਵੀ ਮਾਰ ਦੇਣਗੇ। ਮੈਂ ਕਿਹਾ ਜੀ ਜਦੋਂ ਮੇਰੇ ਮੁੰਡੇ ਨੇ ਮਾਰੀ ਤੇ ਮੇਰੇ ਮਾਰ ਦੋ। ਮੁੜ ਕੇ ਨਹੀਂ ਉਹਨੂੰ ਕੁਛ ਆਖਿਆ। ਤੁਸੀਂ ਇਨਸਾਫ ਬਾਪੂ ਜੀ ਕੀ ਮੰਗਦੇ ਹੋ? ਅਸੀਂ ਇਹ ਵੀ ਜਿਹੜਿਆਂ ਨੇ ਗੋਲੀ ਚਲਾਈ ਆ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਤਹਿ ਦਿਲੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਜਿਵੇਂ ਕੋਈ ਨਾ ਕੋਈ ਸ਼ਖਸੀਅਤ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਾ ਵਾਂ, ਜਿਸ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਮੈਂ ਆ ਰਿਹਾ ਵਾਂ ਉਸ ਸ਼ਖਸੀਅਤ ਬਾਰੇ ਥੋੜੀ ਜਿਹੀ ਜਾਣਕਾਰੀ ਦੇ ਦਿਆਂ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀਆਂ ਬੇਅਦਬੀਆਂ ਹੋਈਆਂ ਤੇ ਬੇਅਦਬੀਆਂ ਦੇ ਰੋਸ ਵਜੋਂ ਸੰਗਤਾਂ ਨੇ ਆਪੋ ਆਪਣੇ ਪਿੰਡਾਂ ਨਗਰਾਂ ਵਿੱਚ ਧਰਨੇ ਲਾਏ ਤੇ ਕਈਆਂ ਥਾਵਾਂ ਦੇ ਉੱਪਰ ਝੜਪ ਹੋਈ ਪੁਲਿਸ ਦੇ ਨਾਲ ਤੇ ਕਈਆਂ ਥਾਵਾਂ ਤੇ ਗੋਲੀ ਚੱਲੀ। ਜਦੋਂ ਅਸੀਂ ਬਹਿਬਲ ਕਲਾਂ ਗੋਲੀकांड ਸੁਣਦੇ ਹਾਂ ਤੇ ਉਹ ਇਸੇ ਚੀਜ਼ ਵਿੱਚੋਂ ਨਿਕਲੀ ਹੋਈ ਇੱਕ ਘਟਨਾ ਹੈ। ਉਸ ਘਟਨਾ ਦੇ ਵਿੱਚ 2 ਸਿੰਘ ਸ਼ਹੀਦ ਹੋ ਜਾਂਦੇ ਨੇ, ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਸਰਦਾਰ ਗੁਰਜੀਤ ਸਿੰਘ ਜੀ। ਇਹਨਾਂ ਦੋਵਾਂ ਦੀ ਸ਼ਹਾਦਤ ਹੁੰਦੀ ਹੈ। ਜਦੋਂ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦੀ ਗੱਲ ਕਰਦਾ ਮੈਂ ਤਾਂ ਜਿਹੜੀ ਸ਼ਖਸੀਅਤ ਨੂੰ ਅੱਜ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਵਾਂ, ਇੰਜ ਕਹਿ ਲਈਏ ਵੀ ਇਹਨਾਂ ਕੋਲ ਇੱਕ ਬੜਾ ਵੱਡਾ ਰੁਤਬਾ ਹੈ ਕਿ ਇਹ ਸ਼ਹੀਦ ਦੇ ਬਾਪ ਨੇ। ਜਦੋਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ, ਠੀਕ ਹੈ, ਗੱਲ ਕਰਦੇ ਕਰਦੇ ਭਾਵੁਕ ਜ਼ਰੂਰ ਹੋ ਜਾਂਦੇ ਨੇ, ਪਰ ਮੈਨੂੰ ਲੱਗਦਾ ਵੀ ਇਹਨਾਂ ਦੇ ਭਾਵਨਾ ਦੇ ਪਿੱਛੇ ਵੀ ਸਾਨੂੰ ਥੋੜਾ ਜਿਹਾ ਵੇਖਣਾ ਪਏਗਾ। ਫਿਰ ਵੀ ਕੌਮ ਦੇ ਲੇਖੇ ਆਪਣਾ ਇੱਕ ਪੁੱਤ ਲਾਇਆ, ਜਿਗਰ ਦਾ ਟੁਕੜਾ ਕੌਮ ਦੇ ਲਾਉਣੇ ਬਹੁਤ ਔਖਾ ਹੋ ਜਾਂਦਾ ਹੈ, ਪਰ ਇਸ ਬਾਪੂ ਜੀ ਨੂੰ ਮਾਣ ਪ੍ਰਾਪਤ ਹੈ। ਆਓ ਬਾਪੂ ਮਹਿੰਦਰ ਸਿੰਘ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਤਿੰਨਾਂ ਦੇ ਕੋਲੋਂ ਜਾਣਦੇ ਹਾਂ ਵੀ ਜਦੋਂ ਬਹਿਬਲ ਕਲਾਂ ਗੋਲੀकांड ਹੋਇਆ ਤੇ ਆਖਰ ਉਹ ਪੂਰਾ ਹਾਦਸਾ ਕਿਵੇਂ ਹੋਇਆ, ਕਿਉਂਕਿ ਮੌਕੇ ਤੇ ਮੌਜੂਦ ਸਨ, ਆਪਣੀਆਂ ਅੱਖਾਂ ਦੇ ਨਾਲ ਆਪਣੇ ਪੁੱਤ ਨੂੰ ਸ਼ਹੀਦ ਹੁੰਦੇ ਕਿਵੇਂ ਵੇਖਿਆ ਤੇ ਆਪਣੇ ਪੁੱਤਰ ਦੇ ਅੰਤਲੇ ਸਮੇਂ ਦੇ ਦੌਰਾਨ ਆਪਣੀ ਪੱਗ ਦੇ ਨਾਲ ਕਿਵੇਂ ਉਹਨਾਂ ਨੂੰ ਸੰਭਾਲਿਆ। ਆਓ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਬਾਪੂ ਜੀ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੀਓ ਆਇਆਂ ਆਖਦੇ ਹਾਂ। ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦੇ ਆ ਵੀ ਬਹਿਬਲ ਕਲਾਂ ਗੋਲੀकांड ਹੋਇਆ, ਹਾਂਜੀ, ਉਹਦੇ ਵਿੱਚ ਤੁਹਾਡੇ ਸੁਪੁੱਤਰ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦੀ ਸ਼ਹਾਦਤ ਹੋਈ ਹੈ। ਹਾਂਜੀ। ਤੇ ਤੁਸੀਂ ਉਸ ਸਮੇਂ ਮੌਕੇ ਤੇ ਮੌਜੂਦ ਸੀ? ਹਾਂਜੀ। ਅੱਛਾ, ਉੱਥੇ ਮੌਕੇ ਤੇ ਸੜਕ ਤੇ ਮੌਜੂਦ ਸੀ। ਤੇ ਮੈਂ ਚਾਹਾਂਗਾ ਪੂਰੀ ਘਟਨਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਕਿਵੇਂ ਤੁਸੀਂ ਸਾਰਾ ਕੁਝ ਵੇਖਿਆ ਤੇ ਕਿਵੇਂ ਆਪਣੇ ਪੁੱਤਰ ਨੂੰ ਬਾਅਦ ਵਿੱਚ ਸੰਭਾਲਿਆ। ਉਹ ਜੀ ਅਸੀਂ ਬੈਠੇ ਸੀਗੇ ਧਰਨੇ ਦੇ ਵਿੱਚ। ਹਾਂਜੀ। ਕ੍ਰਿਸ਼ਨ ਭਗਵਾਨ ਨੂੰ ਪ੍ਰਸ਼ਾਦੇ ਵਰਤਾ ਰਿਹਾ ਸੀਗਾ ਜੀ। ਤੇ ਉਧਰੋਂ ਪੁਲਿਸ ਆਈ, ਚਰਨਜੀਤ ਸ਼ਰਮਾ ਆਇਆ ਤੇ ਉਹਨੇ ਆਰਡਰ ਕਰਤਾ, ਉਹਨੇ ਹੱਥ ਦੇਤਾ। ਉਦੋਂ ਬਾਅਦ ਲਾਠੀ ਚਾਰਜ ਹੋ ਗਿਆ। ਜਦੋਂ ਲਾਠੀ ਚਾਰਜ ਹੋਇਆ ਤੇ ਅਧਿਕ ਸੰਗਤ ਭੱਜ ਗਈ। ਇਹ ਜਿਹੜਾ ਕ੍ਰਿਸ਼ਨ ਭਗਵਾਨ ਸੀ ਇਹ ਉੱਥੇ ਬਰਤਨ ਚੱਕਣ ਲੱਗ ਪਿਆ ਤੇ ਉਦੋਂ ਬਾਅਦ ਜੀ ਇਹਨਾਂ ਨੇ ਗੋਲੀ ਚਲਾਤੀ। ਜੋ ਗੋਲੀ ਚਲੀ ਮੈਂ ਪਿੱਛੇ ਭੱਜਿਆ ਮੈਂ ਵੀ ਜੀ। ਤੇ ਤੁਹਾਡਾ ਮਨ ਭਰ ਜਾਂਦਾ ਗੱਲ ਕਰਦੇ ਜਾਂਦਾ? ਹਾਂਜੀ। ਕਿਉਂਕਿ ਕੋਈ ਐਸੀ ਗੱਲ ਨਹੀਂ, ਤੁਸੀਂ ਆਪਣੀ ਗੱਲ ਬੜੀ ਸਾਡੇ ਸਮਕਸ਼ ਰੱਖ ਸਕਦੇ ਹੋ। ਮੈਂ ਉਸ ਦਰਦ ਨੂੰ ਮਹਿਸੂਸ ਕਰ ਸਕਦਾ। ਮੈਂ ਇੱਕ ਦਰਦ ਹੁੰਦਾ ਜਿਸ ਬਜ਼ੁਰਗ ਨੇ ਆਪਣਾ ਪੁੱਤ ਕੌਮ ਦੇ ਲੇਖੇ ਵਿੱਚ ਲਾਇਆ ਹੋਵੇ ਤੇ ਉਸ ਦਰਦ ਨੂੰ ਮੈਂ ਸਮਝ ਸਕਦਾ ਵਾਂ। ਅੱਛਾ, ਫਿਰ ਉਸ ਤੋਂ ਬਾਅਦ ਬਾਪੂ ਜੀ ਕੀ ਹੋਇਆ? ਉਸ ਤੋਂ ਬਾਅਦ ਜੀ ਜਦੋਂ ਗੋਲੀ ਚੱਲ ਗਈ, ਹਾਂਜੀ, ਤੇ ਮੈਂ ਵੀ ਉੱਥੇ ਬੈਠਾ ਸੀ। ਮੈਂ ਪਿੱਛੇ ਨੂੰ ਜਦੋਂ ਭੱਜਿਆ ਤੇ ਮੈਂ 5 ਕਦਮ ਭੱਜਿਆ ਪਿੱਛੇ ਨੂੰ। ਜਦੋਂ ਮੈਂ ਵੇਖਿਆ ਵੀ ਗੋਲੀ ਚੱਲ ਗਈ, ਕ੍ਰਿਸ਼ਨ ਨੂੰ ਵੇਖਾਂ ਮੈਂ ਕਿੱਥੇ ਆ, ਜਦ ਪਿਛਾ ਭੌਂ ਝਾਕਿਆ ਤੇ ਉਹ ਡਿੱਗਿਆ ਪਿਆ ਜੀ ਉੱਥੇ। ਅੱਛਾ। ਉੱਥੋਂ ਮੈਂ ਭੱਜ ਕੇ ਤੇ ਉਹਦੇ ਕੋਲ ਫਿਰ ਗਿਆ। ਜਦੋਂ ਮੈਂ ਉਹਦੇ ਕੋਲ ਗਿਆ ਤੇ ਉਹਨੂੰ ਮੈਂ ਠਾਉਣ ਲੱਗਿਆ। ਉਹ ਕਹਿੰਦਾ ਬਾਪੂ ਮੈਂ ਉੱਠਿਆ ਨਹੀਂ ਜਾਂਦਾ। ਅੱਛਾ, ਇਹ ਗੱਲ ਉਹਨਾਂ ਨੇ ਕਹੀ ਹੈ? ਹਾਂਜੀ, ਕ੍ਰਿਸ਼ਨ ਭਗਵਾਨ ਸਿੰਘ ਜੀ ਨੇ। ਹਾਂਜੀ ਹਾਂਜੀ। ਪਰ ਮੈਨੂੰ ਪਾਣੀ ਪਿਆ ਦੇ। ਉਹਨੂੰ ਮੈਂ ਇੱਕ ਗਲਾਸ ਪਾਣੀ ਦਾ ਪਿਆ, ਇੱਕ ਗਲਾਸ ਭਰ ਕੇ ਮੈਂ ਜਿਹੜੇ ਬਿਆਨ ਤੇ ਗੋਲੀ ਲੱਗੀ ਆ ਉਹਨੂੰ ਜਦੋਂ ਮੈਂ ਪਿਆਉਣ ਲੱਗਾ ਤੇ ਉਹਦੇ ਇੱਕੋ ਘੁੱਟ ਲੰਘੀ। ਕਿਹਦੇ? ਉਹ ਬੇਅੰਤ ਦੇ। ਅੱਛਾ, ਉਹਨਾਂ ਦੇ ਇੱਕੋ ਘੁੱਟ ਲੰਘੀ? ਇੱਕੋ ਘੁੱਟ ਲੰਘੀ ਤੇ ਉਹ
ਉਦੋਂ ਬਾਅਦ ਉਹੀ ਗਲਾਸ ਲੈ ਕੇ ਜਿਹੜਾ ਬੇਅੰਤ ਨੂੰ ਮੈਂ ਪੀਂਦਾ ਸੀ ਉਹੀ ਮੈਂ ਗੁਰਜੀਤ ਕਨੀ ਲੈ ਕੇ ਗਿਆ ਤੇ ਗੁਰਜੀਤ ਦੀ ਖਰੋਪੜੀ ਚੱਕੀ ਪਈ ਸੀ ਤੇ ਉਹ ਖਤਮ ਸੀਗਾ। ਜਦੋਂ ਮੈਂ ਉੱਥੋਂ ਵਾਪਸ ਹੋਇਆ ਉਦੋਂ ਮੈਂ ਵੇਖਿਆ ਕ੍ਰਿਸ਼ਨ ਭਗਵਾਨ ਲੋਹ ਲੋਹਾਨ ਹੋਇਆ ਪਿਆ ਸੀ। ਅੱਛਾ। ਉਹ ਗਲਾਸ ਜੀ ਮੇਰਾ ਉੱਥੇ ਹੀ ਡਿੱਗ ਪਿਆ। ਫਿਰ ਮੈਂ ਉਹਨੂੰ ਕੜਾ ਦਿਲ ਕਰਕੇ ਤੇ ਉਹ ਪਾਸਾ ਦਵਾਇਆ, ਵੇਖਿਆ ਉਹਦੀ ਢੂਈ ਸਾਰੀ ਪਿੱਛੋਂ ਪੱਟੀ ਪਈ ਸੀ। ਅੱਛਾ, ਪੱਟੀ ਪਈ ਸੀ। ਹਾਂਜੀ। ਤੇ ਜਿਹੜੀ ਉਹਦੀ ਪੱਗ ਪਿੱਛੇ ਡਿੱਗੀ ਪਈ ਸੀ ਉਹਦੀ ਮੈਂ ਚੱਕ ਕੇ ਉੱਤੇ ਰੱਖਤੀ ਜ਼ਖਮ ਦੇ, ਆਪਦੀ ਨੂੰ ਪੱਗ ਲਾਈ, ਦੂਰੀ ਕੀਤੀ, 2 ਵਾਰ ਮੈਂ ਉਹਦੇ ਹੇਠ ਦੀ ਟਪਾਈ। ਅੱਛਾ, ਵੀ ਖੂਨ ਨਾ ਨਿਕਲੇ। ਹਾਂਜੀ, ਮੈਂ ਕੱਸ ਕੇ ਤੇ ਬੰਨਤਾ। ਹਾਂ। ਫਿਰ ਮੈਂ ਜੀ ਬੈਠ ਕੇ ਉਹਨੂੰ ਚੱਕਾ, ਮੈਂ ਚੱਕਿਆ ਨਾ ਜਾਵੇ। ਹਾਂ। ਤੇ ਮੈਥੋਂ ਨਿੱਗਰ ਸੀਗਾ। ਹਾਂਜੀ, ਨਿੱਗਰ ਸੀ। ਤੇ ਇੱਕ ਜੀ ਮੇਰੇ ਰਾਜ ਟੁੱਟ ਗਏ। ਕੀ ਹੋ ਗਿਆ? ਮੇਰੇ ਰਾਜ ਟੁੱਟ ਗਏ ਵੀ ਮੈਥੋਂ ਚੱਕਿਆ ਨਹੀਂ ਗਿਆ, ਵੀ ਮੇਰਾ ਪੁੱਤ ਨੇ ਗੋਲੀ ਵੱਜ ਗਈ। ਹਾਂ, ਵੀ ਮੈਥੋਂ ਚੱਕਿਆ ਨਹੀਂ ਗਿਆ। ਮੈਂ ਚੱਕਿਆ ਨਹੀਂ ਗਿਆ। ਤੇ ਉਦੋਂ ਬਾਅਦ ਜੀ ਫਿਰ ਮੈਂ ਆਵਾਜ਼ਾਂ ਮਾਰੀਆਂ ਮੁੰਡਿਆਂ ਨੂੰ, ਕੋਈ ਗਿਆ ਨਾ। ਇੱਕ ਪੁਲਿਸ ਵਾਲਾ ਖੜਾ ਸੀਗਾ ਸੜਕ ਤੇ, ਉਹ ਮੈਨੂੰ ਨਾਲ ਬਜ਼ੁਰਗ ਆ, ਭਾਜਾ ਤੇ ਨਹੀਂ ਤੈਨੂੰ ਵੀ ਮਾਰ ਦੇ। ਅੱਛਾ, ਪੁਲਿਸ ਵਾਲੇ ਨੇ ਗੱਲ ਕਹੀ। ਹਾਂਜੀ। ਮੈਂ ਕਿਹਾ ਜੀ ਜਦੋਂ ਮੇਰੇ ਮੁੰਡੇ ਨੇ ਮਾਰੀ ਤੇ ਮੇਰੇ ਮਾਰ ਦਿਓ ਜੀ। ਮੁੜ ਕੇ ਨਹੀਂ ਉਹਨੇ ਕੁਛ ਆਖਿਆ, ਝੂਠ ਮਾਰਿਆ ਵੀ ਉਹ ਕੋਈ ਬੋਲਿਆ, ਉਹ ਨਹੀਂ ਬੋਲਿਆ। ਮੁੰਡਿਆਂ ਨੇ ਆਵਾਜ਼ਾਂ ਮਾਰੀਆਂ, ਕੋਈ ਜਾਵੇ ਨਾ। ਫਿਰ 3 ਕੁ ਮੁੰਡੇ ਗਏ, ਫਿਰ ਅਸੀਂ ਚੱਕਿਆ ਉਹਨੂੰ, ਉਹ ਚੱਕ ਕੇ ਫਿਰ ਲੰਗਰ ਵਾਲੀ ਜਿਹੜੀ ਟਰਾਲੀ ਸੀ ਉਹਦੇ 'ਚ ਪਾਇਆ, ਬੇਅੰਤ ਨੂੰ ਪਾਇਆ। ਤੇ ਜਦੋਂ ਤੁਰਨ ਲੱਗੇ ਟਰਾਲੀ ਲੈ ਕੇ, ਮੈਂ ਕਿਹਾ ਯਾਰ ਆਪਾਂ ਉਹਨੂੰ ਵੀ ਚੱਕ ਲਈਏ। ਕਿਹਨੂੰ? ਗੁਰਜੀਤ ਨੂੰ। ਗੁਰਜੀਤ ਨੂੰ। ਅੱਛਾ। ਹਾਂਜੀ। ਫਿਰ ਅਸੀਂ ਗੁਰਜੀਤ ਨੂੰ ਵੀ ਚੱਕਿਆ, ਉਹਨੂੰ ਵੀ ਟਰਾਲੀ 'ਚ ਪਾਇਆ। ਟਰਾਲੀ 'ਚ ਪਾ ਕੇ ਜੀ ਫਿਰ ਅਸੀਂ ਬਹਿਵਲ ਆ ਗਏ। ਬਹਿਵਲ ਕੋਈ ਬਾਰ ਨਾ ਖੋਲ੍ਹੇ, ਗੱਡੀ ਨਾ ਸਾਨੂੰ ਕੋਈ ਮਿਲੇ। ਉੱਥੇ ਵੀ ਪਾਣੀ ਪਿਆ, ਉੱਥੇ ਵੀ ਪਾਣੀ ਮੰਗਿਆ ਉਹਨੇ। ਨਹੀਂ, ਜਦੋਂ ਤੁਸੀਂ ਬਾਪੂ ਜੀ ਕ੍ਰਿਸ਼ਨ ਭਗਵਾਨ ਸਿੰਘ ਜੀ ਨੇ ਪਾਣੀ ਮੰਗਿਆ, ਹਾਂਜੀ, ਤੇ ਤੁਸੀਂ ਪਾਣੀ ਲੈਣ ਚਲੇ ਗਏ, ਜਦੋਂ ਤੁਸੀਂ ਪਾਣੀ ਲੈ ਕੇ ਆਏ, ਹਾਂਜੀ, ਤੇ ਉਸ ਤੋਂ ਬਾਅਦ ਉਹ ਲਹੂ ਲੁਹਾਨ ਹੋਏ ਪਏ ਸੀ? ਨਹੀਂ ਜੀ, ਪਾਣੀ ਆਇਆ ਪਿਆ ਸੀ ਇਸ ਲੋਟ ਉਹ, ਤੇ ਇੱਧਰ ਪਾਣੀ ਪਿਆ ਸੀ। ਅੱਛਾ। ਕੋਲੀ ਲੰਗਰ ਛਕਾਉਂਦੇ ਸੀ ਨਾ, ਠੀਕ ਹੈ, ਔਰ ਕੋਲੀ ਟੱਪ ਰਿਹਾ ਪਿਆ ਸੀ ਪਾਣੀ ਦਾ। ਉਹਦੇ 'ਚ ਮੈਂ ਗਲਾਸ ਭਰ ਕੇ ਉਹਨੂੰ ਪਿਆ। ਅੱਛਾ, ਪਾਣੀ ਉਹਨਾਂ ਨੇ ਪੀਤਾ ਆ? ਹਾਂ, ਪਾਣੀ ਪੀ ਲਿਆ ਜੀ ਗਲਾਸ ਭਰ ਕੇ। ਅੱਛਾ। ਤੇ ਉਦੋਂ ਬਾਅਦ ਫਿਰ ਮੈਂ ਇੱਕ ਗਲਾਸ ਹੋਰ ਭਰ ਕੇ ਮੈਂ ਬੇਅੰਤ ਨੂੰ ਪਿਉਣ ਲੱਗਿਆ। ਬੇਅੰਤ ਉਦੋਂ ਘਰ ਉਰਾ ਪੇਸ਼ ਪਿਆ ਸੀ, ਉਹਨੂੰ ਮੈਂ ਹੇਠਾਂ ਹੱਥ ਦੇ ਕੇ ਤੇ ਉਹਨੂੰ ਮੈਂ ਪਾਣੀ ਜਦੋਂ ਪਿਉਣ ਲੱਗਿਆ, ਉਹਦੇ ਇੱਕੋ ਹੀ ਘੁੱਟ ਲੰਘੀ, ਵੱਧ ਨਹੀਂ ਲੰਘਿਆ। ਉਹੀ ਗਲਾਸ ਲੈ ਕੇ ਫਿਰ ਮੈਂ ਉਹਦੇ ਕਨੇ ਗਿਆ, ਗੁਰਜੀਤ ਸਿੰਘ ਦੇ। ਜਦੋਂ ਉਹਦੇ ਕੋਲ ਮੈਂ ਗਿਆ, ਇੰਨੇ ਕਰਮ ਮੈਂ ਪਿੱਛੇ ਰਹਿ ਗਿਆ ਉਦੋਂ, ਤੇ ਵੇਖਿਆ ਤੇ ਉਹਦੀ ਖਰੋਪੜੀ ਚੱਕੀ ਪਈ, ਉਹ ਖਤਮ ਸੀ ਉੱਥੇ। ਅੱਛਾ, ਖਤਮ ਸੀ। ਹਾਂਜੀ। ਉੱਥੋਂ ਜਦੋਂ ਮੈਂ ਪਿੱਛੇ ਨੂੰ ਝਾਕਿਆ, ਉਦੋਂ ਫਿਰ ਇਹ ਲਹੂ ਲੁਹਾਨ ਮੈਨੂੰ ਦੱਸਿਆ ਕਿ ਉਹ ਸਿੱਧਾ ਪਿਆ ਸੀ, ਹੇਠਾਂ ਖੂਨ ਨਿਕਲੀ ਗਿਆ। ਉਦੋਂ ਬਾਅਦ ਫਿਰ ਮੈਂ ਵੇਖ ਕੇ ਉਹਨੂੰ ਤੇ ਪਾਸਾ ਲੱਦਿਆ, ਉਹਦਾ ਪਾਸਾ ਲੱਦ ਕੇ ਉਹਦੀ ਪੱਗ ਚੱਕ ਕੇ ਉਵੇਂ ਟੋਪੀ ਬਣੀ ਬਣਾਈ, ਤੇ ਉਵੇਂ ਜ਼ਖਮ ਦੇ ਉੱਤੇ ਸਾਰੀ ਢੱਕ ਗਈ ਉਹ। ਮੈਂ ਆਪਦੀ ਪੱਗ ਦੂਰੀ ਕਰਕੇ ਉਹਨੂੰ ਫਿਰ ਦੁਬਾਰੇ ਕੱਸ ਕੇ ਡੋਰ ਟਪਾ ਕੇ ਫਿਰ ਮੈਂ ਕੱਸ ਕੇ ਬੰਨਿਆ, ਕੱਸ ਕੇ ਬੰਨ ਕੇ ਫਿਰ ਮੈਂ ਚੱਕਣ ਲੱਗਾ, ਮੈਂ ਚੱਕਿਆ ਨਹੀਂ ਗਿਆ। ਹਾਂਜੀ, ਮੈਂ ਤੁਸੀਂ ਦੱਸਿਆ ਨਹੀਂ ਚੱਕੇ ਗਏ। ਹਾਂਜੀ। ਜਦੋਂ ਪਿੰਡ ਲੈ ਕੇ ਉਹਨਾਂ ਦੇ 5 ਪੁੱਤਕ ਸਰੀਰ ਨੂੰ ਤੁਸੀਂ ਪਿੰਡ ਲੈ ਕੇ ਆ ਗਏ ਟਰਾਲੀ ਤੇ? ਨਹੀਂ ਜੀ, ਅਸੀਂ ਬਹਿਵਲ ਲੈ ਆਏ ਜਦੋਂ। ਹਾਂ। ਉਦੋਂ ਬਾਅਦ ਫਿਰ ਸਾਨੂੰ ਕਾਰ ਸੇਵਾ ਵਾਲਿਆਂ ਦੀ ਗੱਡੀ ਮਿਲ ਗਈ। ਅੱਛਾ, ਕਾਰ ਸੇਵਾ ਦੀ ਗੱਡੀ ਮਿਲ ਗਈ। ਹਾਂਜੀ, ਉੱਥੇ ਅੰਦਰ ਖੜੀ ਕਿਸੇ ਦੇ, ਤੇ ਬੁੜੀ, ਅਸੀਂ ਆਖਿਆ ਵੀ ਕੁਛ ਸਾਨੂੰ ਬਾਹਰ ਨਹੀਂ ਖੋਲ੍ਹਦਾ। ਤੇ ਉਹ ਬਾਈ ਕੀ ਗੱਲ ਆ? ਮੈਂ ਜੀ ਮੇਰਾ ਪੁੱਤਰ ਗੋਲੀ ਲੱਗ ਗਈ। ਉਹ ਕਹਿੰਦੇ ਜੀ ਗੱਡੀ ਦਾ ਕਾਰ ਸੇਵਾ ਆਪਣੇ ਘਰੇ ਖੜੀ ਹੈ, ਜੇ ਕੋਈ ਚਲਾਉਣਾ ਹੈਗਾ ਤਾਂ। ਤੇ ਉਹ ਮੁੰਡੇ ਸੀਗੇ ਹੋਰ, ਤੇ ਉਹ ਅਸੀਂ ਗੱਡੀ ਦਾ ਅਸੀਂ ਚਲਾ ਲਾਂਗੇ। ਫਿਰ ਅਸੀਂ ਗੱਡੀ 'ਚ ਇਹ ਦੋਨੇ ਪਾਲੇ। ਅੱਛਾ। ਇਹ ਕ੍ਰਿਸ਼ਨ ਭਗਵਾਨ ਤੇ ਬੇਅੰਤ। ਹਾਂ। ਉਹਨਾਂ ਗੱਡੀ 'ਚ ਪਾ ਕੇ ਤੇ ਜਿਹੜਾ ਸਰਾਵਾਂ ਸੀ ਉਹ ਸੀ ਟਰਾਲੀ 'ਚ ਰਹਿਣ ਤਾ। ਅੱਛਾ। ਵੀ ਉਹ ਟਰਾਲੀ 'ਚ ਜਿਹੜਾ ਹੋਇਆ ਤੇ ਲੈ ਜਾਣਗੇ ਇੱਥੋਂ। ਅਸੀਂ ਜੀ ਲੈ ਕੇ ਜਦੋਂ ਤੁਰ ਲੱਗੇ, ਮੈਂ ਆਖਿਆ ਜੀ ਮੈਨੂੰ ਗੱਡੀ 'ਚ ਭਾਲੋ। ਮੁੰਡਿਆਂ ਨੂੰ ਆਖਿਆ, ਮੁੰਡਿਆਂ ਨੇ ਨਹੀਂ ਬਾਪੂ ਅਸੀਂ ਲੈ ਕੇ ਜਾਵਾਂਗੇ, ਤੇ ਤੂੰ ਨਹੀਂ ਜਾਣਾ। ਮੈਂ ਕਿਹਾ ਚੰਗਾ। ਮੈਂ ਜੀ ਇੱਕ ਮੁੰਡੇ ਦਾ ਮੋਟਰਸਾਈਕਲ ਸਾਡੇ ਪਿੰਡ ਦਾ ਸੀਗਾ, ਜਲਦਰ ਦਾ ਮੁੰਡਾ ਸੀਗਾ। ਮੈਂ ਉਹਨੂੰ ਕਿਹਾ ਪੁੱਤਰਿਆ ਮੇਰੇ ਕੋਲ ਕੀ ਹੈ? ਅਰੇ ਬਾਬਾ ਮੇਰੇ ਕੋਲ ਮੋਟਰਸਾਈਕਲ ਆ, ਤੇ ਆ ਕਿਵੇਂ? ਮੈਂ ਕਿਹਾ ਯਾਰ ਆਪਾਂ ਚੱਲੀਏ। ਚੱਲ ਬਾਬਾ। ਅਸੀਂ ਤਾਂ ਜੀ ਪਿੰਡ ਨੂੰ ਆ ਗਏ। ਉਹ ਕਿਤੇ ਵਿਆਹ ਵਾਲਾ ਟੀਕਾ ਲਾਉਣ ਲੱਗ ਗਏ ਮੁੰਡੇ ਦੇ, ਕ੍ਰਿਸ਼ਨ ਦੇ।
ਪਿੰਡ ਸਾਡੇ ਇੱਥੋਂ ਦਾ ਡਾਕਟਰ ਸੀਗਾ ਤੇ ਵੀ ਉਹਨੂੰ ਭਾਲ ਕੇ ਤੇ ਟੀਕਾ ਲਵਾ ਲਈਏ। ਠੀਕ ਹੈ। ਉਦੋਂ ਬਾਅਦ ਜੀ ਅਸੀਂ ਜੈਤੋਂ ਨੂੰ ਉੱਠ ਗਏ ਇੱਥੋਂ, ਇਹ ਕਿਤੇ ਰਾਜ ਖੜ ਗਏ। ਜਦੋਂ ਅਸੀਂ ਫੇਰ ਗਏ ਤੇ ਮੁੜ ਕੇ ਆਏ, ਅਸੀਂ ਵੀ ਗਾਹ ਨਹੀਂ ਲੰਘਿਆ। ਫਿਰ ਸਾਨੂੰ ਇੱਥੇ ਮਿਲੇ ਤੇ ਇਹਦੀ ਮਾਲਾ ਸਿੰਘਾਂ ਕੋਠੇ ਟੱਪ ਕੇ ਉੱਥੇ ਸਵਾਈ ਤੋੜਤੇ। ਅੱਛਾ, ਸਰਦਾਰ ਕਿਸ਼ਨ ਭਗਵਾਨ ਸਿੰਘ ਜੀ ਨੇ। ਹਾਂ ਜੀ, ਪਹਿਲਾਂ ਇੱਥੇ ਗੁਰਦੁਆਰੇ ਵੀ ਲਈ ਰੱਖਿਆ, ਇੱਥੇ ਵੀ ਲੋਕਾਂ ਨਾਲ ਬੋਲਦਾ ਰਿਹਾ, ਗੱਲਾਂ ਕਰਦਾ ਰਿਹਾ। ਅੱਛਾ, ਗੱਲਾਂ ਕਰਦੇ ਰਹੇ ਆ। ਹਾਂ ਜੀ, ਗੱਲਾਂ ਕਰਦੇ ਰਿਹਾ, ਇੰਜ ਨਹੀਂ ਡਿੱਗੀ ਉਹਦੀ। ਹਾਂ। ਉਦੋਂ ਬਾਅਦ ਅੱਡੇ ਤੇ ਵੀ ਖੜੇ ਰਹੇ ਜਿੱਥੇ ਹੁਣ ਉਹਨਾਂ ਨੇ। ਤੇ ਗੋਲੀ ਉਹਨਾਂ ਦੇ ਲੱਗੀ ਕਿੱਥੇ ਸੀ? ਗੋਲੀ ਜੀ ਇੱਥੇ ਲੱਗੀ ਸੀ ਇੱਥੋਂ। ਅੱਛਾ। ਹਾਂ, ਇੱਧਰ ਪਤਾ ਹੀ ਲੱਗਦਾ ਸੀ। ਇਧਰੋਂ ਪਤਾ ਨਹੀਂ ਲੱਗਦਾ। ਨਾ ਜੀ, ਇੱਧਰੋਂ ਆਏ ਜੋ ਆਪਣਾ ਗਦਾਮ ਟੁੱਟਾ ਹੁੰਦਾ ਆਈ ਸੀ, ਇੱਧਰੋਂ ਐ ਸਿੱਧਾ ਪਿਆ ਸੀ ਬਸ। ਠੀਕ ਹੈ। ਹਾਂ, ਤੇ ਮਗਲੇ ਪਾਸੇ ਟੂਈ ਪਾੜੀ ਸੀ। ਅੱਛਾ, ਟੂਈ ਪਾੜ ਦਿੱਤੀ ਗੋਲੀ। ਹਾਂ ਜੀ, ਮਗਰ ਸਾਰੀ ਖਿਲਰ ਗਈ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਫਿਰ ਇੱਥੋਂ ਸ਼ਹਿਰ ਨੂੰ ਲਿਜਾਂਦੇ ਆ, ਰਸਤੇ ਦੇ ਵਿੱਚ ਫਿਰ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਕਿ ਵਾਪਸ ਲੈ ਆਂਦਾ? ਨਹੀਂ ਜੀ, ਅਸੀਂ ਹਸਪਤਾਲ ਲੈ ਗਏ ਤੇ ਉੱਥੇ ਉਹਨਾਂ ਨੇ ਜਦੋਂ ਚੱਕਿਆ, ਮੈਂ ਉਹ ਵੇਖ ਕੇ ਤੇ ਮੈਂ ਕਿਹਾ ਵੀ ਇਹਦਾ ਹੈ ਨਹੀਂ ਗਾ। ਤੇ ਡਾਕਟਰਾਂ ਨੇ ਇੱਥੇ ਮੈਨੂੰ ਫੜ ਲਿਆ ਵੀ ਇਹ ਬਾਪੂ ਨੂੰ ਫੜੋ। ਤੇ ਇਹ ਪਰ ਮੁੰਡਾ ਜਿਹੜਾ ਸੀਗਾ ਇਹ ਇਹਦੇ ਨਾਲ ਸੀ। ਵੈਲੋਂ ਜਦੋਂ ਅਸੀਂ ਤੁਰ ਪਏ ਨਾ, ਇਹਨਾਂ ਨੇ ਜਦੋਂ ਡਾਕਟਰ ਨੂੰ ਭਾਲਦੇ ਸੀ ਵੀ ਟੀਕਾ ਲਵਾਈਏ, ਉਦੋਂ ਪਰ ਦੀ ਇਹਨਾਂ ਨੇ ਵਿੱਚ ਬਹਿ ਗਿਆ। ਇਹ ਵੀ ਉੱਥੇ ਸੀਗਾ, ਇਹ ਪਰ ਕੋਲੇ ਨਹੀਂ ਸੀ, ਦੂਰ ਸੀ ਥੋੜ੍ਹਾ ਜਿਹਾ, ਸੀ ਧਰਨੇ ਦੇ ਵਿੱਚ ਹੀ ਜੀ। ਹਾਂ। ਅੱਛਾ, ਇਹ ਮਾਮਲਾ ਸੀ। ਹਾਂ ਜੀ। ਦਰਸ਼ਕੋ, ਤੁਹਾਨੂੰ ਮੈਂ ਇਸ ਜਾਣਕਾਰੀ ਦੇ ਦਿਆਂ ਪੂਰੇ ਮਾਮਲੇ ਦੀ, ਕਿਉਂਕਿ ਇੱਕ ਤੇ ਬਾਪੂ ਜੀ ਬਿਰਧ ਨੇ, ਦੂਜਾ ਪੁੱਤ ਦੇ ਜਾਣ ਦਾ ਦਰਦ ਹੁੰਦਾ ਹੈ। ਇਹ ਦੋ ਚੀਜ਼ਾਂ ਇਕੱਠੀਆਂ ਜਦੋਂ ਹੋ ਜਾਂਦੀਆਂ ਨੇ ਨਾ, ਤੇ ਫਿਰ ਬੋਲਣਾ ਇੰਨਾ ਸੁਖਾਲਾ ਨਹੀਂ ਰਹਿ ਜਾਂਦਾ ਜਿੰਨਾ ਅਸੀਂ ਸੋਚਦੇ ਹਾਂ। ਬੋਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ। ਮੈਂ ਥੋੜੀ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਬਾਪੂ ਜੀ ਨੇ ਸਾਰੀ ਜਾਣਕਾਰੀ ਦਿੱਤੀ ਹੈ, ਉਸ ਮਾਮਲੇ ਨੂੰ ਥੋੜਾ ਜਿਹਾ ਦੁਹਰਾ ਦਿਆਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ। ਬਹਿਬਲ ਕਲਾਂ ਪਿੰਡ ਤੋਂ ਆਪਾਂ ਜਦੋਂ ਸੜਕ ਵਾਲੇ ਪਾਸੇ ਜਾਂਦੇ ਆ, ਜਿਹੜੀ ਸੜਕ ਕੋਟਕਪੂਰਾ ਤੋਂ ਲੈ ਕੇ ਸਿੱਧੀ ਬਠਿੰਡੇ ਨੂੰ ਨਿਕਲਦੀ ਹੈ, ਵੈਸੇ ਤੇ ਅੰਮ੍ਰਿਤਸਰ ਤੋਂ ਆ ਰਹੀ ਹੈ, ਤੇ ਸ਼ਹਿਰਾਂ ਦੇ ਬਾਈਪਾਸ ਨਿਕਲਦੀ ਇਹ ਬਠਿੰਡੇ ਦੇ ਵਿੱਚ ਪ੍ਰਵੇਸ਼ ਕਰਦੀ ਹੈ। ਬਹਿਬਲ ਕਲਾਂ ਪਿੰਡ ਦੇ ਵਿੱਚੋਂ ਸੜਕ ਨਿਕਲ ਕੇ ਉਹ ਸੜਕ ਨਾਲ ਜਦੋਂ ਮੇਲ ਖਾਂਦੀ ਏ ਤੇ ਉੱਥੇ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਚਲਾਉਣ ਦੇ ਦੌਰਾਨ ਬਾਪੂ ਜੀ ਕਹਿੰਦੇ ਵੀ ਮੇਰੇ ਬੱਚੇ ਨੇ ਪਾਣੀ ਮੰਗਿਆ, ਮੈਂ ਦਵਾ-ਦਵ ਪਾਣੀ ਦਾ ਗਲਾਸ ਪਿਆ ਦਿੱਤਾ। ਉਸ ਤੋਂ ਬਾਅਦ ਜਿਹੜੇ ਬਾਕੀ ਡਿੱਗੇ ਸੀ ਉਹ ਵੀ ਮੇਰੇ ਬੱਚਿਆਂ ਵਰਗੇ ਸੀ, ਉਹਨਾਂ ਨੂੰ ਮੈਂ ਪਾਣੀ ਲੈ ਕੇ ਗਿਆ ਵਾਂ। ਕਹਿੰਦੇ ਜਦੋਂ ਸਰਦਾਰ ਗੁਰਜੀਤ ਸਿੰਘ ਵੱਲ ਗਿਆ ਵਾਂ ਤੇ ਮੈਨੂੰ ਲੱਗਿਆ ਵੀ ਉਹ ਅਕਾਲ ਚਲਾਣਾ ਕਰ ਚੁੱਕੇ ਨੇ। ਉਸ ਤੋਂ ਬਾਅਦ ਮੈਂ ਦਵਾ-ਦਵ ਕਹਿੰਦੇ ਕਿ ਆਪਣੇ ਬੱਚੇ ਦੀ ਪੱਗ ਦੇ ਨਾਲ, ਜਿੱਥੇ ਉਹਨਾਂ ਦੇ ਗੋਲੀ ਪੇਟ ਵਾਲੇ ਪਾਸਿਓਂ ਲੱਗੀ ਏ, ਪੇਟ ਵਾਲੇ ਪਾਸਿਓਂ ਗੋਲੀ ਲੱਗ ਕੇ ਤੇ ਜਦੋਂ ਪਿੱਛੋਂ ਗੋਲੀ ਨਿਕਲਦੀ ਏ ਪਿਛਲੀ ਸਾਈਡ ਤੋਂ, ਤੇ ਉਹਨੇ ਉੱਥੇ ਬਹੁਤ ਵੱਡਾ ਖਲਾਰਾ ਜਿਹਾ ਪਾ ਦਿੱਤਾ। ਇੰਜ ਕਹ ਲਓ ਵੀ ਪਿਛਲਾ ਹਿੱਸਾ ਬਾਪੂ ਜੀ ਨੇ ਜੋ ਅੱਖੀਂ ਵੇਖਿਆ, ਚਸ਼ਮਦੀਦ ਨੇ, ਜਿਨ੍ਹਾਂ ਨੇ ਪੁੱਤਰ ਨੂੰ ਨਿੱਕੇ ਹੁੰਦੇ ਤੋਂ ਪਾਲਿਆ ਤੇ ਆਪਣੇ ਪੁੱਤਰ ਦੀ ਸ਼ਹਾਦਤ ਅੰਤਮ ਸਮੇਂ ਉਹ ਸਾਰਾ ਦ੍ਰਿਸ਼ ਦੇਖਿਆ, ਉਹਨਾਂ ਨੂੰ ਬਿਆਨ ਕਰਨਾ ਬੜਾ ਔਖਾ ਹੈ। ਕਿਉਂਕਿ ਆਪਾਂ ਜਦੋਂ ਤੋਂ ਇੰਟਰਵਿਊ ਸ਼ੁਰੂ ਕੀਤੀ ਹੈ ਹੁਣ ਤੱਕ ਬਾਪੂ ਜੀ ਲਗਾਤਾਰ ਰੋ ਰਹੇ ਨੇ, ਬਿਆਨ ਕਰਨਾ ਔਖਾ ਹੈ। ਇਸ ਕਰਕੇ ਇਹ ਡਿਊਟੀ ਥੋੜੀ ਜਿਹੀ ਹੁਣ ਮੈਂ ਲੈ ਰਿਹਾ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ। ਹੁਣ ਹੁੰਦਾ ਫਿਰ ਕੀ ਹੈ, ਗੋਲੀ ਜਿੱਥੋਂ ਲੱਗੀ ਹੈ ਉੱਥੋਂ ਬਾਪੂ ਜੀ ਕਹਿੰਦੇ ਬਿਲਕੁਲ ਨਹੀਂ ਪਤਾ ਲੱਗਦਾ, ਪਰ ਜਿੱਥੋਂ ਗੋਲੀ ਅਗਲੇ ਪਾਸਿਓਂ ਨਿਕਲਦੀ ਪਈ ਹੈ ਕਹਿੰਦੇ ਉੱਥੇ ਸਰੀਰ ਨੂੰ ਬਹੁਤ ਜ਼ਿਆਦਾ ਪਿੱਛੋਂ ਪਾੜ ਦਿੱਤਾ ਗਿਆ। ਕਹਿੰਦੇ ਮੈਂ ਦਵਾ-ਦਵ ਆਪਣੇ ਬੱਚੇ ਦੀ ਪੱਗ ਉੱਤੇ ਰੱਖੀ ਤੇ ਆਪਣੀ ਪੱਗ ਖੋਲ ਕੇ ਦਵਾ-ਦਵ ਕੁੱਟ ਕੇ ਬੰਨਿਆ, ਤੇ ਜਦੋਂ ਮੈਂ ਚੁੱਕਣ ਲੱਗਾ ਤੇ ਕਹਿੰਦੇ ਸਰੀਰ ਕਰਕੇ ਨਿੱਗਰ ਸੀ। ਨਿੱਗਰ ਦੇ ਅਰਥ ਹੁੰਦੇ ਨੇ ਵੀ ਚੰਗਾ ਤਗੜਾ ਜਵਾਨ ਸੋਹਣਾ ਸਰੀਰ, ਤੇ ਬਾਪੂ ਜੀ ਬਿਰਧ ਸਨ। ਕਹਿੰਦੇ ਮੈਨੂੰ ਆਪਣੇ ਆਪ ਤੇ ਬੜਾ ਦੁੱਖ ਲੱਗਾ ਕਿ ਮੇਰਾ ਬੇਟਾ ਐਸੇ ਹਾਲਾਤਾਂ ਵਿੱਚ ਹੈ ਤੇ ਮੈਂ ਆਪਣੇ ਬੱਚੇ ਨੂੰ ਚੁੱਕ ਨਹੀਂ ਸਕਿਆ। ਬਾਪੂ ਜੀ ਕਹਿੰਦੇ ਮੈਂ ਚੁੱਕਣ ਦਾ ਯਤਨ ਕੀਤਾ ਪਰ ਮੈਂ ਚੁੱਕ ਨਹੀਂ ਸਕਿਆ। ਕਹਿੰਦੇ ਇੱਕ ਪੁਲਿਸ ਵਾਲੇ ਨੇ ਮੈਨੂੰ ਕਿਹਾ ਵੀ ਬੁੱਢਿਆ ਛੱਡ ਕੇ ਭੱਜਾ ਨਹੀਂ ਤੇ ਤੈਨੂੰ ਵੀ ਗੋਲੀ ਮਾਰਾਂਗੇ। ਕਹਿੰਦੇ ਮੈਂ ਕਹਿ ਦਿੱਤਾ ਕਿ ਦੁਨੀਆ ਦੇ ਅੰਦਰ ਇੱਕ ਬਾਪ ਕੋਲੇ ਆਪਣੀ ਔਲਾਦ ਤੋਂ ਕੀਮਤੀ ਹੋਰ ਕੀ ਹੁੰਦਾ ਹੈ। ਜੇ ਤੁਸੀਂ ਮੇਰਾ ਪੁੱਤਰ ਨੂੰ ਗੋਲੀ ਮਾਰ ਦਿੱਤੀ ਤੇ ਮੈਨੂੰ ਗੋਲੀ ਮਾਰ ਦਿਓਗੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਹਿੰਦੇ ਇੰਨੀ ਗੱਲ ਤੋਂ ਬਾਅਦ ਉਹ ਚੁੱਪ ਕਰ ਗਏ ਨੇ। ਉਸ ਤੋਂ ਬਾਅਦ ਟਰਾਲੀ ਦੇ ਉੱਪਰ ਇਹਨਾਂ ਤਿੰਨਾਂ ਨੂੰ ਲਿਆਂਦਾ ਗਿਆ ਤੇ ਤਿੰਨਾਂ ਨੂੰ ਲਿਆਉਣ ਤੋਂ ਬਾਅਦ ਕਹਿੰਦੇ ਜਦੋਂ ਪਿੰਡ ਦੇ ਵਿੱਚ ਲਿਆਂਦਾ ਤੇ ਉਸ ਤੋਂ ਬਾਅਦ ਹਸਪਤਾਲ ਵਾਲੇ ਪਾਸੇ ਲੈ ਕੇ ਚੱਲੇ। ਜਦੋਂ ਹਸਪਤਾਲ ਵੱਲ ਲੈ ਕੇ ਜਾ ਰਹੇ ਆ ਤੇ ਕਹਿੰਦੇ ਪਿੰਡ ਦੇ ਗੁਰਦੁਆਰਾ ਸਾਹਿਬ ਤੱਕ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਗੱਲਾਂ ਬਾਤਾਂ ਕਰਦੇ ਰਹੇ ਨੇ। ਕਹਿੰਦੇ ਜਦੋਂ ਸ਼ਹਿਰ ਵੱਲ ਲਿਜਾ ਰਹੇ ਆ ਤੇ ਰਸਤੇ ਦੇ ਵਿੱਚ ਉਹਨਾਂ ਨੇ ਆਪਣਾ ਸਰੀਰਕ ਚੋਲਾ ਤਿਆਗ ਦਿੱਤਾ। ਜਦੋਂ ਹਸਪਤਾਲ ਦੇ ਵਿੱਚ ਗਏ ਆ ਤੇ ਡਾਕਟਰ ਨੇ ਜਦੋਂ ਜਵਾਬ ਦਿੱਤਾ ਤੇ ਨਾਲ ਹੀ ਜਵਾਬ ਦੇ ਕੇ ਕਹਿ ਦਿੱਤਾ ਕਿ ਬਾਪੂ ਜੀ ਨੂੰ ਸਾਂਭ ਲਓ, ਬਾਪੂ ਜੀ ਨੂੰ ਸਾਂਭ ਲਵੋ। ਉਹਦੇ ਅਰਥ ਸਨ ਕਿ ਬਾਪੂ ਜੀ ਇੱਕ ਤੇ ਬਿਰਧ ਨੇ ਤੇ ਬਿਰਧ ਅਵਸਥਾ ਦੇ ਅੰਦਰ ਮਨ ਉਂਝ ਵੀ ਪਤਲਾ ਹੋ ਜਾਂਦਾ ਹੈ, ਪਰ ਕਹਿੰਦੇ ਕਿ ਅੱਜ ਆਪਣੇ ਪੁੱਤਰ ਦੀ ਸ਼ਹਾਦਤ ਸੁਣ ਕੇ ਬਾਪੂ ਜੀ ਜ਼ਿਆਦਾ ਮਹਿਸੂਸ ਕਰਨਗੇ। ਤੇ ਉਸ ਘਟਨਾ ਨੂੰ ਥੋੜਾ ਜਿਹਾ ਹੁਣ ਇਸ ਤੋਂ ਅੱਗੇ ਮੈਂ ਤੁਹਾਡੇ ਨਾਲ ਸਾਂਝ ਲਗਾਵਾਂ ਪਾਉਣ। ਅੱਛਾ ਬਾਪੂ ਜੀ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਲੈ ਕੇ ਘਰੇ ਆ ਗਏ? ਨਹੀਂ ਜੀ, ਉਦੋਂ ਬਾਅਦ ਉਹਨਾਂ ਨੇ ਡਾਕਟਰਾਂ ਨੇ ਮੈਨੂੰ ਤੋਰਤਾ
ਵੀ ਬਾਪੂ ਨੂੰ ਘਰੇ ਲੈ ਜਾਓ। ਉਦੋਂ ਬਾਅਦ ਫਿਰ ਉੱਥੋਂ ਚੱਕਿਆ, ਫਿਰ ਇਹਨਾਂ ਨੇ ਨਾ ਉਦੋਂ ਬਾਅਦ ਪੰਚਾਇਤ ਵਾਲੇ ਵੀ ਜਾਵੜੇ ਸੀ ਉੱਥੇ, ਤੇ ਰਿਸ਼ਤੇਦਾਰ ਵੀ ਜਾਵੜੇ ਸੀਗੇ। ਇਹ ਫਿਰ ਕੋਟਕਪੂਰੇ ਨੂੰ ਲਿਜਾਂਦੇ ਸੀਗੇ। ਅੱਛਾ ਜੀ। ਤੇ ਰਾਹ 'ਚ ਇਹਨਾਂ ਨੂੰ ਇੱਥੇ ਫੇਰ ਵਾੜ ਲਿਆ, ਲੰਘਣ ਨਹੀਂ ਦਿੰਦੇ ਸੀਗੇ। ਅੱਛਾ। ਹਾਂਜੀ, ਸਰਾਵਾਂ ਨੂੰ ਜਿਹੜੀ ਸੜਕ ਮੁੜਦੀ ਹੈ ਨਾ, ਉਦੋਂ ਪਿੱਛੇ ਧਰਨਾ ਲੱਗਿਆ ਹੋਇਆ ਸੀ, ਉੱਥੇ ਫਿਰ ਇਹਨਾਂ ਨੂੰ ਘੇਰਾ ਪਾ ਲਿਆ। ਆਜ਼ਾਦੀ ਵਰਗੇ ਲਾਸ਼ ਨੂੰ ਗੁੰਮ ਕਰਦੇ ਸੀਗੇ। ਹਾਂ। ਉੱਥੋਂ ਜੋ ਗੁੰਮ ਕਰਦੇ ਸੀ ਤੇ ਇਹਨਾਂ ਨੇ ਮਿੰਨਤਾਂ ਮੁੰਨਤਾਂ ਕਰਕੇ ਇਹਨਾਂ ਨੇ ਫਿਰ ਇੱਥੇ ਫੇਰ ਲਿਆਂਦਾ, ਜੈਤੋਂ ਫੇਰ ਲਿਆਂਦਾ। ਸਰਾਵਾਂ ਵਾਲੇ ਸਰਾਵੀ ਲੈ ਗਏ, ਗੱਡੀ ਦਵਾ ਲੈ ਕੇ, ਉਹ ਆਪਦੇ ਘਰੇ ਲੈ ਗਏ। ਜਦੋਂ ਇੱਥੇ ਫੇਰ ਲਿਆਂਦਾ, ਇੱਥੋਂ ਮੋੜ ਕੇ ਇਹਨਾਂ ਨੇ ਉਹਦੇ ਮਿੰਨਤਾਂ ਮੁੰਨਤਾਂ ਕਰਕੇ ਫਿਰ ਇਹ ਕੋਟਕਪੂਰੇ ਜੀ ਫਰਿੱਜ 'ਚ ਲਾ ਕੇ ਰੱਖਿਆ ਹੁੰਦਾ। ਅੱਛਾ, ਕੋਟਕਪੂਰੇ ਲਾਤਾ। ਹਾਂਜੀ, ਫਰਿੱਜ 'ਚ ਲਾ ਕੇ ਰੱਖਤਾ। ਫਿਰ ਅਗਲੇ ਦਿਨ ਇਹਦੀ ਲਾਸ਼ ਸਾਨੂੰ ਮਿਲੀ ਹੈ, ਮੁਲਾਜ਼ਾ ਕਰਾ ਕੇ। ਅੱਛਾ। ਹਾਂਜੀ, ਪੋਸਟਮਾਰਟਮ ਹੋਇਆ ਜੀ ਉਹਨਾਂ ਹਾਈ ਦਾ? ਪੋਸਟਮਾਰਟਮ ਹੋਇਆ ਜੀ ਤੇ ਉਹਦੇ ਵਿੱਚ ਪੁਸ਼ਟੀ ਹੋ ਗਈ ਵੀ ਗੋਲੀ ਜਿਹੜੀ ਹੈ ਹਾਂਜੀ ਇੱਥੋਂ ਲੱਗੀ ਹੈ ਤੇ ਇੱਥੋਂ ਨਿਕਲੀ ਹੈ। ਹਾਂਜੀ। ਕਿ ਉਹ ਪੋਸਟਮਾਰਟਮ ਰਿਪੋਰਟ ਵੀ ਤੁਹਾਡੇ ਕੋਲ ਹੋਵੇਗੀ ਸਾਰਿਆਂ ਕੋਲ? ਨਹੀਂ ਜੀ, ਸਾਡੇ ਕੋਲ ਨਹੀਂ ਆਈ। ਅੱਛਾ। ਹੈ ਹੈਗੀ ਆ? ਹੈਗੀ। ਇਹਨਾਂ ਕੋਲ ਹੋਊਗੀ ਜੀ। ਠੀਕ ਹੈ, ਪੋਸਟਮਾਰਟਮ ਰਿਪੋਰਟ ਲਈ ਹੋਵੇਗੀ। ਹਾਂਜੀ 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 ਜੀ ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਅਗਲੇ ਦਿਨ ਸੰਸਕਾਰ ਕੀਤਾ ਜੀ? ਹਾਂਜੀ, ਅਗਲੇ ਦਿਨ ਸ਼ਿਕਾਰ ਕਰਿਆ ਜੀ। ਤੇ ਸੰਸਕਾਰ ਤੇ ਕਿਹੜੀਆਂ ਸ਼ਖਸੀਅਤਾਂ ਪਹੁੰਚੀਆਂ? ਇੱਥੇ ਜਥੇਬੰਦੀਆਂ ਪਹੁੰਚੀਆਂ ਸੀ। ਤੇ ਉਸ ਤੋਂ ਬਾਅਦ ਭੋਗ ਦੇ ਉੱਪਰ ਵੀ ਬਹੁਤ ਵੱਡੇ ਦਾਅਵੇ ਕੀਤੇ ਗਏ ਸੀ। ਉਦੋਂ ਪਹਿਲਾਂ ਹੀ ਜੀ ਬਹੁਤ ਆ ਗਏ ਸੀਗੇ, ਭੋਗ ਤੋਂ ਪਹਿਲਾਂ ਕੈਪਟਨ ਆ ਗਏ ਸਾਰੇ, ਉਦੋਂ ਪਹਿਲਾਂ ਹੀ ਆ ਕੇ ਗਏ। ਤੁਹਾਡੇ ਘਰ ਹੋ ਕੇ ਗਏ? ਸਾਰੇ ਜੀ ਹੋ ਕੇ ਗਏ। ਔਰ ਕੈਪਟਨ ਬੋਲਿਆ ਸੀਗਾ ਵੀ ਜਿੱਦੇ ਮੈਂ ਬਣ ਗਿਆ ਉਦੋਂ ਮੈਂ ਇਹ ਸਾਰੀਆਂ ਗੱਲਾਂ ਕੱਢ ਦੂੰਗਾ, ਤੁਹਾਨੂੰ ਇਨਸਾਫ ਦੇਵਾਂਗਾ। ਅੱਛਾ। ਤੇ ਇਨਸਾਫ ਸਾਨੂੰ ਹਜੇ ਤਾਂ ਨਹੀਂ ਮਿਲਿਆ ਜੀ। ਤੁਸੀਂ ਇਨਸਾਫ ਬਾਪੂ ਜੀ ਕੀ ਮੰਗਦੇ ਹੋ? ਅਸੀਂ ਇਹ ਵੀ ਜਿਹੜਿਆਂ ਨੇ ਗੋਲੀ ਚਲਾਈ ਆ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਨਹੀਂ, ਹੋਰ ਕੋਈ ਮੰਗ ਨਹੀਂ ਕਰਦੇ ਵੀ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਜਿਨ੍ਹਾਂ ਨੇ ਗੋਲੀ ਚਲਾਈ ਹੈ, ਜਿਨ੍ਹਾਂ ਨੇ ਆਰਡਰ ਦਿੱਤਾ ਗੋਲੀ ਦਾ, ਉਹਨਾਂ ਨੂੰ ਅੰਦਰ ਜਾਣਾ ਚਾਹੀਦਾ। ਉਹ ਅੰਦਰ ਹੋਣੇ ਚਾਹੀਦੇ? ਅੰਦਰ ਹੋਣਾ ਚਾਹੀਦਾ ਜੀ। ਹੋਰ ਅਸੀਂ ਇਨਸਾਫ ਕੋਈ ਨਹੀਂ ਮੰਗਦੇ ਸੀ ਤਾਂ ਵੀ ਉਹ ਅੰਦਰ ਹੋਣਾ ਚਾਹੀਦਾ ਜੀ। ਬਿਲਕੁਲ ਬਾਪੂ ਜੀ, ਤੁਸੀਂ ਬੜੇ ਸੁੰਦਰ ਅੰਦਾਜ਼ ਦੇ ਵਿੱਚ ਸਾਨੂੰ ਦੱਸ ਰਹੇ ਹੋ। ਦੋਸਤੋ, ਇੱਥੇ ਛੋਟੀ ਜਿਹੀ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦੇ ਆ। ਜੇ ਪਰਿਵਾਰਾਂ ਨੂੰ ਮੈਂ ਪੁੱਛਦਾ ਵਾਂ ਕਿ ਤੁਸੀਂ ਕੀ ਚਾਹੁੰਦੇ ਹੋ, ਕਹਿੰਦੇ ਇਨਸਾਫ। ਤੇ ਭਾਰਤ ਦੀ ਧਰਤੀ ਦੇ ਉੱਪਰ ਸਭ ਤੋਂ ਔਖੀ ਚੀਜ਼ ਇੱਕੋ ਹੀ ਮਿਲਦੀ ਹੈ, ਤੁਸੀਂ ਸਮਝ ਸਕਦੇ ਹੋ, ਉਹਨੂੰ ਕਿਹਾ ਜਾਂਦਾ ਇਨਸਾਫ। ਬਾਪੂ ਜੀ ਕਹਿੰਦੇ ਕਿ ਮੈਂ ਇਨਸਾਫ ਦੀ ਮੰਗ ਕਰਦਾ ਵਾਂ ਕਿ ਮੈਨੂੰ ਇਨਸਾਫ ਦਿੱਤਾ ਜਾਵੇ ਕਿ ਜਿਨ੍ਹਾਂ ਨੇ ਗੋਲੀ ਚਲਾਈ ਹੈ ਤੇ ਜਿਨ੍ਹਾਂ ਨੇ ਚਲਵਾਈ ਹੈ, ਇਹ ਦੋ ਗੱਲਾਂ ਬੜੀਆਂ ਸਮਝਣ ਵਾਲੀਆਂ ਨੇ। ਤੇ ਦੋਸਤੋ, ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਗੱਲ ਦੀ ਲੱਗਾ ਮੈਂ ਸਾਂਝ ਕਰਨ, ਬੜੇ ਪਿਆਰ ਦੇ ਨਾਲ ਸੁਣਿਆ ਜੇ। ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਿਣਿਆ ਗਿਆ, ਰਾਜ ਮਿਸਤਰੀ ਕੌਣ ਸੀ? ਮੇਰੇ ਖਿਆਲ ਇਤਿਹਾਸ ਅਜੇ ਤੱਕ ਉੱਥੇ ਨਹੀਂ ਗਿਆ। ਇੱਟਾਂ ਕਿਹੜੇ ਭੱਠੇ ਦੀਆਂ ਆਈਆਂ ਸਨ? ਮੇਰੇ ਖਿਆਲ ਇਸ ਪਾਸੇ ਵੀ ਲੋਕਾਂ ਨੇ ਧਿਆਨ ਨਹੀਂ ਦਿੱਤਾ। ਔਰ ਦੇਣਾ ਵੀ ਕਿਉਂ? ਕਿਉਂਕਿ ਮਿਸਤਰੀ, ਰਾਜ ਮਿਸਤਰੀ ਦੀ ਕੀ ਜ਼ਰੂਰਤ ਸੀ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੰਦਾ? ਹਕੀਕਤ ਤੇ ਅਸਲ ਦੇ ਅੰਦਰ ਇਹ ਆ ਵੀ ਆਰਡਰ ਵਜ਼ੀਰ ਖਾਨ ਨੇ ਦਿੱਤਾ ਸੀ। ਇਸ ਕਰਕੇ ਸਾਡੀ ਅੱਖ ਦੇ ਵਿੱਚ ਵਜ਼ੀਰ ਖਾਨ ਸਦਾ ਰੜਕਦਾ ਰਿਹਾ। ਜਦੋਂ ਸਰਹੰਦ ਵੀ ਫਤਿਹ ਕੀਤੀ ਹੈ ਤੇ ਉਦੋਂ ਵੀ ਅਸੀਂ ਸਭ ਤੋਂ ਪਹਿਲਾਂ ਵਜ਼ੀਰ ਖਾਨ ਨੂੰ ਪਕੜਿਆ ਤੇ ਚਪੜਚਿੜੀ ਦੇ ਮੈਦਾਨ ਦੇ ਅੰਦਰ ਘੋੜਿਆਂ ਮਗਰ ਪਾ ਕੇ ਘਸੀਟਿਆ। ਹੁਣ ਅੰਦਾਜ਼ਾ ਲਾਇਆ ਜੇ, ਅੱਜ ਵੀ ਸਾਨੂੰ ਇਹ ਸਮਝਣਾ ਪੈਣਾ ਕਿ ਗੋਲੀ ਚੱਲੀ, ਆਪਾਂ ਇਹ ਤੇ ਵੇਖ ਲਿਆ, ਪਰ ਮੈਂ ਕਹਿਣਾ ਚਾਹੁੰਦਾ ਵੀ ਕਿਹਦੇ ਹੁਕਮ ਦੇ ਨਾਲ ਚੱਲੀ, ਕਿਹਦੇ ਆਰਡਰ ਦੇ ਨਾਲ ਚੱਲੀ, ਗੱਲ ਤੇ ਵੱਡੀ ਇਹ ਬਣ ਜਾਂਦੀ ਹੈ। ਜਿਨ੍ਹਾਂ ਨੇ ਆਰਡਰ ਦਿੱਤਾ ਗੋਲੀ ਅੱਗੇ ਚੱਲਦੀ ਹੈ, ਜੇ ਆਰਡਰ ਨਾ ਦਿੰਦੇ ਗੋਲੀ ਕਿਵੇਂ ਚੱਲ ਜਾਂਦੀ? ਸੋ ਇਹ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ। ਤੇ ਬਾਪੂ ਜੀ ਕਹਿੰਦੇ ਕਿ ਮੈਨੂੰ ਇਨਸਾਫ ਚਾਹੀਦਾ ਹੈ। ਬਾਪੂ ਜੀ, ਜਿਵੇਂ ਤੁਸੀਂ ਇਨਸਾਫ ਦੀ ਗੱਲ ਕੀਤੀ ਔਰ ਤੁਸੀਂ ਗੱਲ ਕੀਤੀ ਵੀ ਕੈਪਟਨ ਦੀ, ਹਾਂਜੀ, ਵੀ ਕੈਪਟਨ ਨੇ ਸਾਡੇ ਪਰਿਵਾਰ ਦੇ ਵਿੱਚ ਆ ਕੇ ਕਿਹਾ ਵੀ ਤੁਹਾਨੂੰ ਇਨਸਾਫ ਦਿਆਂਗਾ। ਹਾਂਜੀ। ਹੁਣ ਤੇ 3 ਸਾਲ ਉਹਦੇ ਵੀ ਪੂਰੇ ਹੋ ਚੱਲੇ ਨੇ, ਕਦੀ ਆਪਣੇ ਆਪ ਤੁਸੀਂ ਉਹਦੇ ਤੱਕ ਪਹੁੰਚ ਨਹੀਂ ਕੀਤੀ ਵੀ ਤੂੰ ਕਿਹਾ ਸੀ? ਅਸੀਂ ਜੀ ਐਂ ਕਹੇ ਨੇ ਵੀ ਤੁਸੀਂ ਕਿਹਾ ਸੀਗਾ ਤੇ ਕੋਈ ਸੁਣਵਾਈ ਕੋਈ ਹੋਈ ਨਹੀਂ ਜੀ। ਉਹਨੂੰ ਆਪ ਨੂੰ ਚਾਹੀਦਾ ਸੀ ਗੁਟਕਾ ਸਾਹ ਚੱਕ ਕੇ, ਉਹਨੇ ਆਖਿਆ ਵੀ ਮੈਂ ਇਨਸਾਫ ਦੇਵਾਂਗਾ, ਕੋਈ ਇਨਸਾਫ ਨਹੀਂ ਦਿੱਤਾ। ਹੋਰ ਤੁਸੀਂ ਇਸ ਤੋਂ ਇਲਾਵਾ ਕੀ ਚਾਹੁੰਦੇ ਹੋ? ਅਸੀਂ ਤਾਂ ਜੀ ਇਹੋ ਹੀ ਚਾਹੁੰਦੇ ਹਾਂ, ਬਸ ਹੋਰ ਅਸੀਂ ਕੋਈ ਨਹੀਂ ਚਾਹੁੰਦੇ ਜੀ। ਤੇ ਜਿਹੜਾ ਬਾਈਬਲ ਕਲਾਂ ਉੱਥੇ ਗੇਟ ਬਣ ਰਿਹਾ ਹੈ, ਉਹ ਇਹਨਾਂ ਸ਼ਹੀਦਾਂ ਦੀ ਯਾਦ 'ਚ ਬਣ ਰਿਹਾ? ਉਹ ਜੀ ਇੰਨਾ ਮੈਨੂੰ ਪਤਾ ਨਹੀਂ, ਤੇ ਬਣਦਾ ਤਾਂ ਇਹਨਾਂ ਹੀ ਯਾਦ 'ਚ ਹੀ ਆ। ਤੇ ਐਂ ਨਹੀਂ ਪਤਾ ਵੀ ਕਾਰਸੇ ਵਾਲੇ ਬਣਾਉਂਦੇ ਕਿ ਹੋਰ ਦੂਜੇ ਬਣਾਉਂਦੇ। ਜੀ ਹਾਂਜੀ, ਬਿਲਕੁਲ। ਹਾਂ ਜੀ, ਬਣਦਾ ਇਹਨਾਂ ਹੀ ਯਾਦ 'ਚ ਹੀ ਆ। ਤੇ ਜਿੱਥੇ ਗੇਟ ਬਣਦਾ ਪਿਆ, ਸ਼ਹਾਦਤਾਂ ਉੱਥੇ ਹੋਈਆਂ ਨੇ? ਹਾਂਜੀ, ਉਹ ਉੱਥੇ ਹੋਈਆਂ। ਜਿਹੜਾ ਬੇਅੰਤ ਸੀਗਾ ਇਹ ਹੋਰਾਂ ਬੇਰੀ ਜੀ ਨਾਲ ਹੀ, ਇਹ ਜੀ ਉੱਥੇ ਪਿਆ ਸੀ। ਅੱਛਾ ਅੱਛਾ ਜੀ। ਤੇ ਕ੍ਰਿਸ਼ਨ ਭਗਵਾਨ ਉੱਥੇ ਸੀ ਜਿੱਥੇ ਜੀ ਗੇਟ ਬਣ ਰਿਹਾ। ਅੱਛਾ, ਬਿਲਕੁਲ ਉੱਥੇ। ਹਾਂਜੀ। ਤੇ
ਇਧਰਲੇ ਪਾਸੇ ਤੇ ਜਿਹੜਾ ਗੁਰਜੀਤ ਸੀਗਾ ਉਹ ਕਰਮ ਗਾਂ ਪਿਆ ਸੀ। ਬਾਪੂ ਜੀ ਉਸ ਸਮੇਂ ਗਿਣਤੀ ਤਾਂ ਨਹੀਂ ਕੀਤੀ ਜਾ ਸਕਦੀ, ਪਰ ਤੁਹਾਡੇ ਮੁਤਾਬਕ ਕਿੰਨੀ ਕੁ ਪੁਲਿਸ ਉਸ ਵੇਲੇ ਮੌਜੂਦ ਸੀ? ਪੁਲਿਸ ਤਾਂ ਜੀ ਵੇਖੀ ਨਹੀਂ ਜਾਂਦੀ ਸੀ, ਇੰਨੀ ਸੀ ਜਿਵੇਂ ਭੇਡਾਂ ਖੜੀਆਂ ਹੁੰਦੀਆਂ ਐਂ ਖੜੀ, ਸਾਰੀ ਸੜਕ ਭਰੀ ਸੀ। ਪਹਿਲਾਂ ਅਸੀਂ 13 ਨੂੰ ਉੱਥੇ ਧਰਨਾ ਲਾਇਆ ਸੀਗਾ ਵੱਡੀ ਸੜਕ ਤੇ ਰਾਤ ਨੂੰ ਇਹਨਾਂ ਨੇ ਜਦੋਂ ਉੱਥੇ ਗੋਲੀ ਚਲਾਈ, ਕੋਟਕਪੂਰਾ ਗੋਲੀ ਚਲਾਈ, ਉਦੋਂ ਬਾਅਦ ਆ ਕੇ ਜਿਹੜੇ ਬੈਠੇ ਸੀਗੇ ਸਿੰਘ ਸੜਕ ਦੇ ਉੱਤੇ DT ਰੋਡ ਦੇ ਉੱਤੇ, ਉਹਨਾਂ ਨੇ ਉਹਨੂੰ ਆ ਕੇ ਚੱਕ ਕੇ ਇਹਨਾਂ ਨੇ ਤੇ ਕਿਤੇ ਬਗੜਾੜੀ ਸਾਈਡ ਤੇ, ਜੈਤੋ ਸਾਈਡ ਤੇ, ਕਿਤੇ ਸਾਈਡ ਤੇ। ਉਦੋਂ ਬਾਅਦ ਜਦੋਂ ਲੌਸਮੈਂਟ ਹੋਈ ਵੀ ਆਪਣੇ ਬੰਦੇ ਲੈ ਕੇ ਚੱਕ, ਗੁਰੂ ਸਾਹਿਬ ਵੀ ਹੋਈ ਹੈ, ਸਰਾਂ ਵੀ ਸਾਡੇ ਪਿੰਡ ਵੀ ਹੋਈ ਹੈ, ਬਗੜਾੜੀ ਬੂਰੂ ਸਾਰੇ ਹੋਈ ਹੈ। ਉਦੋਂ ਬਾਅਦ ਫਿਰ ਪੁਲਿਸ ਬਹੁਤ ਸੀਗੀ ਉੱਥੇ। ਜਦੋਂ ਇੱਥੋਂ ਸੰਗਤਾਂ ਗਈਆਂ, ਇਹਨਾਂ ਨੂੰ ਗਾਂਹ ਨਹੀਂ ਜਾਣ ਦਿੱਤਾ ਤੇ ਫਿਰ ਸੰਗਤਾਂ ਵੀਰ ਕੇ ਫਿਰ ਉਰਲੇ ਪਾਸੇ ਬਹਿ ਗਏ ਵੀ ਸਾਡੀ ਸੜਕ ਆ, ਥੋੜੀ ਛੱਡਤੀ ਅਸੀਂ ਆਪਦੀ ਸੜਕ 'ਤੇ ਬੈਠਾਂਗੇ। ਫਿਰ ਅਸੀਂ ਉੱਥੇ ਬਹਿ ਗਏ ਸੀ, ਉਹ ਸੜਕ 'ਤੇ ਆਪਦੀ ਸੜਕ 'ਤੇ ਬੈਠੇ ਸੀ, ਪਿੰਡ ਵਾਲੀ ਜਿਹੜੀ ਹੈ ਪਿੰਡ ਆਈ ਤੇ ਉੱਥੇ GT ਰੋਡ ਵਿਹਲਾ ਕਰ ਦਿੱਤਾ। GT ਰੋਡ ਵਿਹਲਾ ਸੀ। ਹੁਣ ਇੱਕ ਗੱਲ ਮੈਨੂੰ ਦੱਸੋ ਵੀ GT ਰੋਡ ਤੇ ਵਿਹਲਾ ਹੋ ਗਿਆ ਸੀ, ਜਿਹੜਾ ਮੇਨ ਸੜਕ ਹੈ ਹਾਂਜੀ ਹਾਂ ਉਹ ਵਿਹਲਾ ਸੀ, ਜਿੱਥੋਂ ਆਵਾਜਾਈ ਹੈ, ਤੁਸੀਂ ਤਾਂ ਆਪਣੇ ਪਿੰਡ ਵਾਲੇ ਲਿੰਕ ਰੋਡ ਦੇ ਉੱਪਰ ਬੈਠੇ ਸੀ। ਹਾਂ ਲਿੰਕ ਰੋਡ ਤੇ ਬੈਠੇ, ਫਿਰ ਵੀ ਉਹਨਾਂ ਨੂੰ ਤਕਲੀਫ ਸੀ? ਹਾਂਜੀ। ਅੱਛਾ, ਤਾਂ ਵੀ ਦਿੱਕਤ ਸੀ ਵੀ ਇੱਥੋਂ ਵੀ ਉੱਠ ਜਾਓ। ਹਾਂਜੀ। ਤੇ ਕ੍ਰਿਸ਼ਨ ਭਗਵਾਨ ਸਿੰਘ ਉੱਥੇ ਕੀ ਕਰਨ ਦੇ ਲਈ ਗਏ ਸੀ? ਇੱਥੇ ਜੀ ਇਹ ਪ੍ਰਸ਼ਾਦੇ ਲੈ ਕੇ ਗਏ, 13 ਨੂੰ ਵੀ ਪ੍ਰਸ਼ਾਦੇ ਲੱਗਿਆ ਸੀ ਸੰਗਤਾਂ ਦੇ ਪਿੰਡ ਚੋਂ ਇਕੱਠੇ ਕਰਕੇ, ਤੇ 14 ਨੂੰ ਵੀ ਲੱਗਿਆ ਸੀ। ਅੱਛਾ, ਪਿੰਡ ਚੋਂ ਪ੍ਰਸ਼ਾਦੇ ਇਕੱਠੇ ਕਰਕੇ ਲੈ ਕੇ ਜਾ ਰਹੇ? ਹਾਂਜੀ। ਤੇ ਪ੍ਰਸ਼ਾਦੇ ਘਰੋਂ ਘਰੀ ਬਣਦੇ ਸੀ, ਗੁਰਦੁਆਰੇ ਬਣਦੇ ਸੀ? ਨਹੀਂ ਜੀ, ਘਰੋਂ ਹੋ ਕੇ ਦਿੱਤੇ ਸੀ, ਫਿਰ ਵੀ ਉੱਥੇ ਗੁਰਦੁਆਰੇ ਫੜਾ ਕੇ ਤੇ ਉੱਥੇ ਫੜਾ ਤੇ। ਠੀਕ ਹੈ। ਜਿਹਨਾਂ ਨੂੰ ਨਹੀਂ ਜਾਇਆ ਗਿਆ ਉਹ ਫਿਰ ਇਹਨਾਂ ਨੇ ਟਰਾਲੀ ਆ ਤੋੜ ਕੇ ਪਿੰਡ ਵਿੱਚ ਕੱਢ ਕੇ ਲੈ ਗਏ। ਤੁਹਾਨੂੰ ਕਈ ਵਾਰੀ ਐਸਾ ਨਹੀਂ ਲੱਗਦਾ ਕਿ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਥੋੜੀ ਜ਼ਿਆਦਾ ਵੱਧ ਗਈ ਹੈ? ਤੇ ਉਹ ਤਾਂ ਵਧੀਆ ਜੀ, ਸੋ ਉਹਦਾ ਬੋਝ ਮੇਰੇ ਤੇ ਆ ਗਿਆ। ਦੋਸਤੋ, ਜਿਹੜੇ ਵੀਰ ਸੋਚਦੇ ਨੇ ਕਿ ਇੰਟਰਵਿਊ ਕਰਨੀ ਬੜੀ ਆਸਾਨ ਹੈ, ਹਕੀਕਤ ਇਹ ਹੈ ਇੰਟਰਵਿਊ ਕਰਨੀ ਬੜੀ ਔਖੀ ਹੈ। ਕਿਸੇ ਦੇ ਅੰਦਰੋਂ ਗੱਲ ਕਢਵਾਉਣਾ ਔਰ ਸੱਚ ਦੇ ਨੇੜੇ ਤੱਕ ਲੈ ਕੇ ਜਾਣਾ ਬੜਾ ਔਖਾ ਹੁੰਦਾ ਹੈ। ਔਰ ਕਈ ਵਾਰੀ ਐਸੇ ਬਜ਼ੁਰਗ ਵੀ ਮਿਲ ਜਾਂਦੇ ਹੈ ਜਿਨ੍ਹਾਂ ਦਾ ਮਨ ਇਤਨਾ ਕੁ ਪਤਲਾ ਹੋ ਜਾਂਦਾ, ਜਿਵੇਂ ਕਿ ਆਪਾਂ ਬਾਪੂ ਮਹਿੰਦਰ ਸਿੰਘ ਜੀ ਦੇ ਨਾਲ ਬੈਠੇ ਹਾਂ, ਗੱਲਬਾਤ ਕਰਦੇ ਹਾਂ ਤੇ ਬਾਪੂ ਜੀ ਕਹਿੰਦੇ ਕਿ ਮੇਰੀ ਜ਼ਿੰਮੇਵਾਰੀ ਵੱਧ ਗਈ। ਤੇ ਮੈਂ ਥੋੜਾ ਜਿਹਾ ਜ਼ਿਕਰ ਕਰਦੇ ਹਾਂ। ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਇਹ ਪਿਤਾ ਜੀ ਨੇ ਤੇ ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸੁਪੁੱਤਰ ਸੁਖਰਾਜ ਸਿੰਘ ਨਾਲ ਮੇਰਾ ਬੜਾ ਪਿਆਰ ਹੈ। ਦੁੱਖ ਸੁੱਖ ਵਿੱਚ ਮੇਰੇ ਨਾਲ ਖੜਦੇ ਨੇ, ਬੜਾ ਪਿਆਰ ਦਿੰਦੇ ਨੇ। ਕਈ ਵਾਰੀ ਮੈਂ ਪ੍ਰਦੇਸ਼ ਜਾਣਾ ਹੁੰਦਾ ਤੇ ਮੈਨੂੰ ਦਿੱਲੀ 에ਅਰਪੋਰਟ ਤੱਕ ਵੀ ਲਾ ਕੇ ਆਉਂਦੇ ਨੇ। ਕੌਮ ਦੇ ਪ੍ਰਤੀ ਉਹਨਾਂ ਦੀਆਂ ਕੀਤੀਆਂ ਹੋਈਆਂ ਸੇਵਾਵਾਂ ਅਸੀਂ ਰਹਿਣੀਆਂ। ਪਰ ਮੈਂ ਬਾਪੂ ਜੀ ਨੂੰ ਪੁੱਛ ਰਿਹਾ ਵਾਂ, ਬਾਪੂ ਜੀ ਕਹਿੰਦੇ ਕਿ ਮੇਰੀ ਜ਼ਿੰਮੇਵਾਰੀ ਵੱਧ ਗਈ। ਉਹ ਕਿਵੇਂ ਵੱਧ ਗਈ ਮੈਂ ਦੱਸ ਦਿਆਂ। ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਦੋਵੇਂ ਸੁਪੁੱਤਰ, ਇੱਕ ਦਾ ਆਨੰਦ ਕਾਰਜ ਉਹਨਾਂ ਤੋਂ ਬਾਅਦ ਹੋਇਆ, ਦੂਜੇ ਦੇ ਆਨੰਦ ਕਾਰਜ ਦੀ ਤਿਆਰੀ ਦੇ ਵਿੱਚ ਨੇ। ਉਹ ਸਾਰੀਆਂ ਜ਼ਿੰਮੇਵਾਰੀਆਂ ਇਸ ਬਜ਼ੁਰਗ ਬਾਪੂ ਨੂੰ ਸੰਭਾਲਦੀਆਂ ਪੈ ਰਹੀਆਂ ਨੇ। ਤੇ ਕਿਤੇ ਨਾ ਕਿਤੇ ਵਿਆਹ ਵਾਲੇ ਦਿਨ ਇਹ ਬਾਪੂ ਐਸੀ ਦੁਬਿਧਾ ਦੇ ਵਿੱਚ ਫਸ ਜਾਂਦਾ ਹੈ ਕਿ ਐਸੇ ਸਮੇਂ ਤੇ ਆਪਣੇ ਪੁੱਤ ਦਾ ਚੇਤਾ ਹੁੰਦਾ ਹੈ, ਮੈਂ ਅੱਖਾਂ 'ਚੋਂ ਹੰਝੂ ਕੱਢਾਂ, ਤੇ ਦੂਜੇ ਪਾਸੇ ਮਨ ਦੇ ਵਿੱਚ ਖਿਆਲ ਆ ਜਾਂਦਾ ਹੈ, ਨਹੀਂ ਅੱਜ ਮੇਰੇ ਪੁੱਤ ਨੇ ਕੂੜੀ ਚੜ੍ਹਨਾ ਹੈ, ਵਿਆਹ ਵਾਲਾ ਦਿਨ ਹੈ, ਮੈਂ ਰੋਂਦਾ ਚੰਗਾ ਨਹੀਂ ਲੱਗਦਾ। ਐਸੀ ਸਥਿਤੀ ਦੇ ਵਿੱਚ ਕਈ ਵਾਰੀ ਬਜ਼ੁਰਗ ਨੂੰ ਪੈਣਾ ਪੈ ਜਾਂਦਾ ਹੈ, ਨਾ ਉਹ ਹੱਸ ਸਕਦਾ ਹੈ ਨਾ ਉਹ ਰੋ ਸਕਦਾ ਹੈ। ਸੋ ਇਸ ਕਰਕੇ ਮੈਂ ਤੁਹਾਡੇ ਕੋਲੋਂ ਇੰਨਾ ਕੁਝ ਕਹਿੰਦਾ ਹੋਇਆ ਹੀ ਮਾਫੀ ਮੰਗਦਾ ਵਾਂ। ਭਾਵਾਂ ਕਿ ਇੰਟਰਵਿਊ ਕਰਨੀ ਬੜਾ ਔਖਾ ਵਿਸ਼ਾ ਹੈ, ਐਡਾ ਸੌਖਾ ਨਹੀਂ ਹੈ। ਜਦੋਂ ਇੱਕ ਲਾਗੇ ਬਜ਼ੁਰਗ ਅੱਖਾਂ 'ਚੋਂ ਪਾਣੀ ਕੱਢ ਕੇ ਰੋ ਰਹੇ ਹੁੰਦੇ ਨੇ ਨਾ, ਸਵਾਲ ਕਰਨਾ ਬੜਾ ਔਖਾ ਹੋ ਜਾਂਦਾ। ਮੈਂ ਇਸੇ ਕਰਕੇ ਤੁਹਾਡੇ ਕੋਲ ਅਜੇ ਇੱਥੇ ਮਾਫੀ ਮੰਗਦਾ ਵਾਂ। ਗੁਸਤਾਖੀ ਦੀ ਮਾਫੀ, ਸਮਾਂ ਰਹਿੰਦਿਆਂ ਮੈਂ ਇੰਟਰਵਿਊ ਮੁਕਾ ਰਿਹਾ ਵਾਂ, ਪਰ ਬੜਾ ਔਖਾ ਲੱਗਦਾ ਹੈ, ਬਹੁਤ ਔਖਾ ਹੈ ਇਸ ਤਰ੍ਹਾਂ ਦੇ ਸਵਾਲ ਕਰਨੇ ਵੀ ਤੁਸੀਂ ਆਪਣੇ ਬੱਚੇ ਨੂੰ ਉਦੋਂ ਕਿਵੇਂ ਵੇਖਿਆ, ਤੁਸੀਂ ਆਪਣੇ ਸਿਰ ਤੋਂ ਪੱਗ ਲਾ ਕੇ ਕਿਵੇਂ ਉਹਨਾਂ ਦਾ ਖੂਨ ਸਾਫ਼ ਕੀਤਾ, ਤੁਹਾਡੇ ਬੇਟੇ ਦੇ ਗੋਲੀ ਕਿੱਥੇ ਵੱਜੀ, ਬੜਾ ਟਫ ਹੋ ਜਾਂਦਾ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਇੱਥੇ ਮਾਫੀ ਮੰਗਦਾ ਵਾਂ, ਕਿਉਂਕਿ ਕਈ ਵਾਰੀ ਸੋਚਦਾ ਹੁੰਦਾ ਵਾਂ ਕਿ ਜੇ ਬਾਪੂ ਜੀ ਕੋਲ ਨਹੀਂ ਬੋਲਿਆ ਜਾਂਦਾ ਮੈਂ ਬੋਲਾਂ, ਪਰ ਉਹ ਹਾਲਾਤ, ਉਹ ਸਮਾਂ, ਉਹ ਮਾਹੌਲ ਔਖਾ ਕਰ ਦਿੰਦਾ ਬੋਲਣ ਤੋਂ। ਸੁਖਰਾਜ ਸਿੰਘ ਜਵਾਨੀ ਦੀ ਉਮਰ ਹੈ, ਸਾਡੇ ਨਾਲ ਗੱਲਾਂ ਬਾਤਾਂ ਕਰ ਲੈਂਦੇ ਆ। ਬਜ਼ੁਰਗ ਬਾਪੂ ਨਾਲ ਗੱਲ ਕਰਦੇ ਆ, ਔਖਾ ਹੋ ਜਾਂਦਾ ਹੈ।
ਪਰ ਤੁਸੀਂ ਆਪ ਅੰਦਾਜ਼ਾ ਲਾ ਕੇ ਵੇਖੋ ਵੀ ਜਿਸ ਬਾਪ ਨੇ ਆਪਣੇ ਅੱਖੀਂ ਆਪਣੇ ਪੁੱਤ ਨੂੰ ਸੰਭਾਲਿਆ ਹੋਵੇ ਤੇ ਉਸ ਬਾਪੂ ਤੇ ਜਾ ਕੇ ਜਦੋਂ ਮੈਂ ਸਵਾਲ ਕਰਦਾ ਵੀ ਖੂਨ ਕਿੰਨਾ ਕੁ ਵਗਿਆ, ਬਾਪੂ ਤੇਰੇ ਬੱਚੇ ਨੇ ਦਮ ਕਦੋਂ ਕੁ ਜੇ ਤੋੜਿਆ, ਬਾਪੂ ਪੋਸਟਮਾਰਟਮ ਦੀ ਰਿਪੋਰਟ ਕੀ ਸੀ, ਬਾਪੂ ਸੰਸਕਾਰ ਕਦੋਂ ਕੀਤਾ, ਬੜਾ ਔਖਾ ਹੋ ਜਾਂਦਾ ਉਹਦੇ ਲਈ ਦੱਸਣਾ। ਖੈਰ, ਬਜ਼ੁਰਗਾਂ ਦੀ ਇਸ ਕੁਰਬਾਨੀ ਦਾ ਸਤਿਕਾਰ ਕਰਦੇ ਆ ਤੇ ਮੈਂ ਵੀ ਪ੍ਰਾਊਡ ਜਿਹਾ ਮਹਿਸੂਸ ਕਰਦਾ ਪਿਆ ਵਾਂ ਕਿ ਮੈਂ ਸ਼ਹੀਦਾਂ ਦੇ ਅੱਜ ਪਰਿਵਾਰ ਦੇ ਵਿੱਚ ਬੈਠਾ ਵਾਂ। ਪਤਾ ਨਹੀਂ ਦੁਨੀਆ ਇੱਕ ਪਲ ਦੇ ਵਿੱਚ ਕਿਵੇਂ ਕਹਿ ਦਿੰਦੀ ਹੈ ਕਿ ਕਰੋੜਾਂ ਰੁਪਏ ਇਹਨਾਂ ਨੂੰ ਪ੍ਰਾਪਤ ਹੋ ਗਏ। ਦੇਖੋ, ਇੱਕ ਇੰਟਰਵਿਊ ਹੋਈ ਸੀ ਸੁਖਰਾਜ ਸਿੰਘ ਦੇ ਨਾਲ, ਸਰਦਾਰ ਕ੍ਰਿਸ਼ਨ ਭਗਵਾਨ ਸਿੰਘ ਜੀ ਦੇ ਸੁਪੁੱਤਰ ਦੇ ਨਾਲ। ਉਹ ਕਹਿੰਦੇ ਕਿ ਮੈਨੂੰ ਵੀ ਕਈ ਕਹਿ ਦਿੰਦੇ ਕਿ ਸਰਕਾਰ ਵੱਲੋਂ ਤੁਹਾਨੂੰ 1 ਕਰੋੜ ਰੁਪਈਆ ਮਿਲ ਗਿਆ। ਉਹ ਕਹਿੰਦੇ ਕਰੋੜ ਰੁਪਈਆ ਵਾਪਸ ਲੈ ਲਓ, ਮੈਨੂੰ ਮੇਰਾ ਬਾਪੂ ਮੋੜ ਦਿਓ। ਔਖਾ ਹੋ ਜਾਂਦਾ ਹੈ। ਹਕੀਕਤ ਵੀ ਇਹ ਹੈ ਕਿ ਜੇ ਸਰਕਾਰ ਨੇ ਅਨਾਉਂਸਮੈਂਟ ਕੀਤੀ ਸੀ ਪੈਸਾ ਆ ਗਿਆ ਤੇ ਇਹਦੇ ਵਿੱਚ ਐਡਾ ਵੱਡਾ ਕਿਹੜਾ ਪਹਾੜ ਡਿੱਗ ਪਿਆ ਸੀ ਵੀ ਜਿਹੜਾ ਅਸੀਂ ਉਸ ਪਰਿਵਾਰ ਨੂੰ ਜਲੀਲ ਕਰਨ ਲੱਗ ਪਏ। ਸੋ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਨੇ। ਇਹਨਾਂ ਸਾਰੇ ਮੁੱਦਿਆਂ ਤੇ ਕਿਤੇ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗਾ। ਅੱਜ ਬਾਪੂ ਜੀ ਨੂੰ ਆਪਣੇ ਨਾਲ ਬੈਠੇ ਅੱਖਾਂ ਚੋਂ ਹੰਝੂ ਕੱਢਦੇ ਵੇਖ ਕੇ ਇੰਟਰਵਿਊ ਔਖੀ ਹੋ ਜਾਂਦੀ ਹੈ। ਗੁਸਤਾਖੀ ਦੀ ਮਾਫੀ। ਅਕਾਲ ਚੈਨਲ ਦੇ ਉੱਪਰ ਮੇਰੇ ਪ੍ਰੋਗਰਾਮ ਤੁਸੀਂ ਅਕਸਰ ਦੇਖਦੇ ਹੋ, ਬੜਾ ਪਿਆਰ ਬਖਸ਼ਦੇ ਹੋ ਤੇ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਦਾ। ਮੈਂ ਪਿੰਡ ਪਿੰਡ ਦੇ ਵਿੱਚ ਪੜਦਾ ਵਾਂ, ਰਾਤਾਂ ਨੂੰ ਸਵਾਲ ਤਿਆਰ ਕਰਦਾ ਵਾਂ, ਸਵੇਰੇ ਸ਼ਖਸੀਅਤਾਂ ਨੂੰ ਮਿਲਦਾ ਵਾਂ, ਜਿਸ ਨੂੰ ਵੀ ਕਾਲ ਕਰ ਦੇਣਾ ਮੈਂ, ਅਗਲਾ ਹਰ ਕੋਈ ਮੇਰੇ ਇੰਤਜ਼ਾਰ ਦੇ ਵਿੱਚ ਹੁੰਦਾ ਹੈ। ਇਹ ਸੰਗਤ ਦਾ ਪਿਆਰ ਹੈ। ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਆਵਾਂਗਾ। ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।